ਤੁਸੀਂ ਦੇਖ ਰਹੇ ਹੋ ਵਿਨਿੰਗ ਪੰਜਾਬ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਤੇ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਾਂਗੇ ਹੁਣ ਤੱਕ ਦੀਆਂ ਵੱਡੀਆਂ ਤੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਅਹਿਮ ਖਬਰਾਂ ਨੂੰ ਲੈ ਕੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਤਾਜਪੋਸ਼ੀ ਸਮਾਗਮ ਹੋਇਆ ਤੇ ਸਮਾਗਮ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣਦੇ ਨਜ਼ਰ ਆਏ ਨੇ ਉਹਨਾਂ ਹਾਲਾਤਾਂ ਦੀ ਗੱਲ ਕਰਾਂਗੇ। ਨਵਜੋਤ ਸਿੰਘ ਸਿੱਧੂ ਦੀ ਗੱਲ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਸੁਨੀਲ ਜਾਖੜ ਦੀ। ਤਾਂ ਜਿਹੜੀਆਂ ਸਥਿਤੀਆਂ ਬਣਦੀਆਂ ਨਜ਼ਰ ਆਈਆਂ ਨੇ ਤੇ ਉਸ ਤੋਂ ਬਾਅਦ ਕੀ ਪਾਰਟੀ ਦੇ ਅੰਦਰ ਮਾਹੌਲ ਰਹਿ ਸਕਦਾ ਹੈ ਕਾਂਗਰਸ ਪਾਰਟੀ ਦੇ ਅੰਦਰ, ਉਸ ਨੂੰ ਲੈ ਕੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਕੇਂਦਰ ਨੂੰ। ਕਿਹੜੀ ਅਪੀਲ ਕੀਤੀ ਗਈ ਹੈ ਇਸ ਨੂੰ ਲੈ ਕੇ ਚਰਚਾ ਕਰਾਂਗੇ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਨੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਵੜਿੰਗ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਖਾਨਪੁਰ ਸਾਹਿਬ ਪ੍ਰੋਗਰਾਮ ਚ। ਨਿੱਘਾ ਸਵਾਗਤ ਹੈ ਜੀ। ਚੱਠਾ ਸਾਹਿਬ, ਮੈਂ ਵਿਨਿੰਗ ਪ੍ਰੋਗਰਾਮ ਦੇਖ ਰਹੇ ਸਮੁੱਚੇ ਦੇਸ਼ ਤੇ ਵਿਦੇਸ਼ ਵਾਸੀਆਂ ਨੂੰ ਆਪਣੇ ਦਿਲ ਦੀ ਗਹਿਰਾਈਆਂ ਤੋਂ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਨਪੁਰ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਤਾਜਪੋਸ਼ੀ ਸਮਾਗਮ ਹੋਇਆ ਤੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਸਮਾਗਮ ਦੇ ਦੌਰਾਨ ਭਾਸ਼ਣਬਾਜ਼ੀ ਦੀ ਗੱਲ ਕਰੀਏ ਤਾਂ ਰਾਜਾ ਵੜਿੰਗ, ਭਾਰਤ ਭੂਸ਼ਣ ਆਸ਼ੂ, ਕੁਝ ਇਹਨਾਂ ਦੇ ਵੱਲੋਂ ਭਾਸ਼ਣ ਦਿੱਤੇ ਗਏ ਨੇ ਤੇ ਖਾਸ ਤੌਰ ਉੱਤੇ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੀ ਗੱਲ ਜਿਸ ਤਰੀਕੇ ਦੇ ਨਾਲ ਆਪਾਂ ਅਕਸਰ ਕਰਦੇ ਸੀਗੇ ਕਿ ਇਹ ਕਿਹਾ ਸੀ ਅਸੀਂ ਉੱਥੇ ਪਹੁੰਚਣਗੇ ਕਿ ਨਹੀਂ ਪਹੁੰਚਣਗੇ ਤੇ ਉੱਥੇ ਪਹੁੰਚੇ ਵੀ, ਪਰ ਸਟੇਜ ਤੋਂ ਕਾਫੀ ਦੂਰੀ ਬਣਾ ਕੇ ਰੱਖਿਆ ਨਵਜੋਤ ਸਿੰਘ ਸਿੱਧੂ ਨੇ। ਤਾਂ ਕੀ ਲੱਗਦਾ ਹੈ ਕੀ ਸੰਕੇਤ ਮਿਲਦੇ ਨਜ਼ਰ ਆ ਰਹੇ ਨੇ ਇਸ ਘਟਨਾ ਤੋਂ? ਚੱਠਾ ਸਾਹਿਬ, ਅੱਜ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਤਾਜਪੋਸ਼ੀ ਸੀ। ਸਾਰੀ ਪਾਰਟੀ ਨੂੰ ਬਹੁਤ ਖੁਸ਼ੀ ਸੀ ਵੀ ਇੱਕ ਨੌਜਵਾਨ, ਇੱਕ ਅਗਾਂਹਵਧੂ, ਇੱਕ ਸਾਬਕਾ ਮੰਤਰੀ, ਇੱਕ ਯੂਥ ਕਾਂਗਰਸ ਦਾ ਸਾਬਕਾ ਪ੍ਰਧਾਨ ਅੱਜ ਪੰਜਾਬ ਦੀ ਬਾਗਡੋਰ ਸਾਂਭ ਰਿਹਾ। ਪਰ ਅਜੇ ਕਾਂਗਰਸ ਦੇ ਵਿੱਚ ਸਾਰਾ ਕੁਝ ਸਭ ਅੱਛਾ ਨਹੀਂ ਹੈਗਾ। ਜਿੱਦਾਂ ਪੁਰਾਣੇ ਲੋਕ ਕਹਿੰਦੇ ਹੁੰਦੇ ਸੀ, ਤੇਰੇ ਸਾਹਮਣੇ ਬੈਠ ਕੇ ਰੋਣਾ, ਦੁੱਖ ਤੈਨੂੰ ਨਹੀਂ ਦੱਸਣਾ। ਉਹੀ ਹਾਲ ਨਵਜੋਤ ਸਿੰਘ ਸਿੱਧੂ ਨੇ ਅੱਜ ਉੱਥੇ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਕੀਤਾ। ਸਾਹਮਣੇ ਬੈਠੇ ਰਹੇ ਲੇਕਿਨ ਸਟੇਜ ਦੇ ਉੱਤੇ ਨਹੀਂ ਗਏ। ਨਾ ਹੀ ਉਹਨਾਂ ਦੇ ਧੜੇ ਦਾ ਕੋਈ ਬੰਦਾ ਉੱਥੇ ਗਿਆ ਤੇ ਨਾ ਹੀ ਸ੍ਰੀ ਸੁਨੀਲ ਜਾਖੜ ਜੀ, ਉਹ ਵੀ ਨਹੀਂ ਗਏ। ਦੋਨੇ ਸਾਬਕਾ ਪ੍ਰਧਾਨ ਸੀ। ਚਾਹੀਦਾ ਤਾਂ ਇਹ ਸੀ ਕਿ ਪਾਰਟੀ ਦੀ ਲਾਮਬੰਦੀ ਜਾਂ ਪਾਰਟੀ ਦੀ ਇਕਜੁੱਟਤਾ ਜਾਂ ਪਾਰਟੀ ਦੀ ਏਕਤਾ ਇਹਨਾਂ ਸਾਬਕਾ ਪ੍ਰਧਾਨਾਂ ਨੇ ਦਿਖਾਉਣੀ ਸੀ ਕਿ ਅਸੀਂ ਦੇਖੋ ਹਮੇ ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਰਹਿਣ ਬਹਾਰ। ਇਹ 14 ਪ੍ਰਧਾਨਗੀਆਂ, ਮੁੱਖ ਮੰਤਰੀ, MP, MLA ਸਾਰੇ ਰਹਿੰਦੇ, ਇੱਕ ਵਕਤ ਦਾ ਚੱਕਰ ਹੈ, ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ। ਲੇਕਿਨ ਇਹਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰੇ ਤੋਂ ਬਿਨਾਂ ਹੋਰ ਕੋਈ ਬਣੀ ਨਾ। ਇਸ ਲਈ ਜੇ ਸਮਾਂ ਉਹਨਾਂ ਨੂੰ ਜਿੰਨਾ ਮਿਲਿਆ ਉਹ ਆਪਣੀ ਡੁਗਡੁਗੀ ਵਧੀਆ ਵਜਾ ਕੇ ਗਏ। ਹੁਣ ਨਵੇਂ ਨੌਜਵਾਨ ਨੂੰ ਸਮਾਂ ਮਿਲਿਆ ਸੀ, ਉਹਦਾ ਸਮਾਂ ਇਹਨਾਂ ਨੂੰ ਹੌਸਲਾ ਅਫਜ਼ਾਈ ਸਤਿਕਾਰ ਕਰਨਾ ਚਾਹੀਦਾ ਸੀ। ਪਰ ਉਲਟਾ ਉਸ ਰੰਗ ਵਿੱਚ ਇਹਨਾਂ ਨੇ ਭੰਗ ਪਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਪਾਈ ਹੈ। ਉਸ ਤੋਂ ਬਾਅਦ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਪਾਰਟੀ ਦੇ ਉੱਤੇ ਵੱਡੇ ਵੱਡੇ ਦੋਸ਼ ਲਾਏ ਨੇ ਕਿ ਪਿੱਛੇ ਕਾਂਗਰਸ ਪਾਰਟੀ ਕਿਉਂ ਹਾਰੀ ਹੈ। ਉਹਦਾ ਮੁੱਖ ਕਾਰਨ ਉਹ CM ਚੰਨੀ ਦੇ ਉੱਤੇ ਦੇ ਰਹੇ ਨੇ। ਲੇਕਿਨ ਚੰਨੀ ਸਾਹਿਬ ਕਹਿ ਰਹੇ ਨੇ ਕਿ ਮੈਂ ਤਾਂ ਮੁੱਖ ਮੰਤਰੀ ਸੀਗਾ, ਪਰ ਮੇਰੇ ਤੋਂ ਵੱਡੀ ਜ਼ਿੰਮੇਵਾਰੀ ਪਾਰਟੀ ਦੇ ਪ੍ਰਧਾਨ ਦੀ ਹੁੰਦੀ ਹੈ। ਨੇਚਰਲੀ ਤੌਰ ਤੇ ਦੇਖਿਆ ਜਾਵੇ, ਪ੍ਰਧਾਨ ਇੱਕ ਸੁਪਰੀਮੋ ਹੁੰਦਾ ਹਰ ਪਾਰਟੀ ਦਾ, ਚਾਹੇ ਉਹ ਕਿਸੇ ਪਾਰਟੀ ਦਾ ਪ੍ਰਧਾਨ ਹੋਵੇ, ਚਾਹੇ ਉਹਦੀ ਸਰਕਾਰ ਹੋਵੇ। ਸਰਕਾਰ ਦਾ CM ਪ੍ਰਧਾਨ ਦੇ ਥੱਲੇ ਕੰਮ ਕਰਦਾ ਹੈ ਕਿਉਂਕਿ ਪ੍ਰਧਾਨ ਪਾਰਟੀ ਦਾ, ਉਹ ਪਾਰਟੀ ਦਾ ਹੀ ਮੁੱਖ ਮੰਤਰੀ ਚੁਣਿਆ ਹੁੰਦਾ। ਅਗਰ ਜੇ ਚੰਨੀ ਸਾਹਿਬ ਦੇ ਉੱਤੇ ਸਾਰੀ ਜ਼ਿੰਮੇਵਾਰੀ ਆਪਾਂ ਘੇਰਦੇ ਹਾਂ ਤਾਂ ਇਸ ਜ਼ਿੰਮੇਵਾਰੀ ਤੋਂ ਨਵਜੋਤ ਸਿੰਘ ਸਿੱਧੂ ਵੀ ਨਹੀਂ ਬਚ ਸਕਦੇ ਹੈਗੇ। ਉਹਨਾਂ ਦੀ ਵੀ ਜ਼ਿੰਮੇਵਾਰੀ, ਜਦੋਂ ਇਹ ਕ੍ਰੀਤੀਆਂ ਹੋ ਰਹੀਆਂ ਸੀ, ਜਦੋਂ ਇਹ ਘਾਪਲੇ ਹੋ ਰਹੇ ਸੀ, ਜਦੋਂ ਇਹ ਇੰਨਾ ਕੁਝ ਹੋ ਰਿਹਾ ਸੀ, ਉਹ ਚੁੱਪ ਕਰਕੇ ਕਿਉਂ ਬੈਠੇ? ਉਹਨਾਂ ਦੀ ਕਿਹੜੀ ਮਜਬੂਰੀ ਸੀ? ਅਗਰ ਉਸ ਟਾਈਮ ਇਹ ਕੋਈ ਸਖਤ ਕਦਮ ਚੁੱਕਦੇ। ਹੁਣ ਤਾਂ ਉਹ ਗੱਲ ਹੈ ਕਿ ਵੇਲੇ ਦੀ ਨਵਾਜ਼ ਤੇ ਇੱਕ ਵੇਲੇ ਦੀਆਂ ਟੱਕਰਾਂ, ਹੁਣ ਟੱਕਰਾਂ ਮਾਰਨ ਵਾਲੀਆਂ ਨੇ, ਟੱਕਰਾਂ ਜੋ ਮਰਜ਼ੀ ਮਾਰੀ ਜਾਣ, ਹੁਣ ਕੋਈ ਮਸਲਾ ਹੱਲ ਨਹੀਂ ਹੋਣ ਵਾਲਾ। ਉਹ ਸਮਾਂ ਬਿਹਾ ਗਿਆ। ਉਹ ਸਮਾਂ ਬਿਹਾਉਣ ਦੇ ਨਾਲ ਜੋ ਕਾਂਗਰਸ ਦੀ ਦੁਰਦਸ਼ਾ ਜਾਂ ਬੁਰੀ ਹਾਲਤ ਹੋਈ ਹੈ ਉਹ ਸਭ ਦੇ ਸਾਹਮਣੇ ਹੈ।
ਇਸ ਲਈ ਜੇ ਏਕਤਾ ਹੁੰਦੀ ਇਹ ਕੁਛ ਨਾ ਕੁਛ ਲੈ ਮਰਦੇ, ਘੱਟ ਤੋਂ ਘੱਟ ਓਪੋਜੀਸ਼ਨ ਦੇ ਵਿੱਚ ਬੈਠਣ ਜੋਗੇ ਤਾਂ ਹੁੰਦੇ। ਲੇਕਿਨ ਅੱਜ ਇਹਨਾਂ ਦੀ ਹਾਲਤ ਬਹੁਤ ਹੀ ਹਾਸੋਹੀਣੀ ਤੇ ਇੱਕ ਨਾ ਕਾਬਲੇ ਬਰਦਾਸ਼ਤ ਹੈ। ਜੇ ਅਜੇ ਵੀ ਇਹਨਾਂ ਨੇ ਕੋਈ ਸਬਕ ਨਾ ਲਿਆ ਤਾਂ 2024 ਦੇ ਵਿੱਚ ਇਹਨਾਂ ਦੀ ਹਾਲਤ ਹੈ ਉਹ ਸਭ ਦੇ ਸਾਹਮਣੇ ਹੈ। ਹੋ ਸਕਦਾ ਹੈ ਕਿ ਕਾਂਗਰਸ ਹਿੰਦੁਸਤਾਨ ਦੇ ਨਕਸ਼ੇ ਦੇ ਵਿੱਚੋਂ ਕਾਂਗਰਸ ਪਾਰਟੀ ਦਾ ਜਿਹੜਾ ਹੈ ਉਹਦਾ ਅਧਿਆਇ ਖਤਮ ਹੋ ਜਾਏ। ਬਿਲਕੁਲ ਬਿਲकुल ਤਾਂ ਇਹ ਸਥਿਤੀ ਹੈ ਜਿਹੜੀ ਬਣਦੀ ਨਜ਼ਰ ਆਈ ਹੈ ਹੁਣ ਇਹਨਾਂ ਚੋਣਾਂ ਦੇ ਵਿੱਚ। ਤੇ ਨਾਲ ਹੀ ਗੱਲ ਕੀਤੀ ਜਾਵੇ ਖਾਨਪੁਰ ਸਾਹਿਬ ਜਿਸ ਤਰੀਕੇ ਮਾਫ ਕਰਨਾ ਅੱਜ ਜਿਹੜਾ ਸਮਾਗਮ ਸੀ ਉਸ ਦੇ ਵਿੱਚ, ਤੇ ਨਾਲ ਹੀ ਗੱਲ ਕੀਤੀ ਜਾਵੇ ਸੁਨੀਲ ਜਾਖੜ ਦੀ, ਤਾਂ ਉਹਨਾਂ ਦੇ ਵੱਲੋਂ ਮੁਆਫੀ ਤਾਂ ਮੰਗੀ ਨਹੀਂ ਗਈ ਤੇ ਉਹਨਾਂ ਦੇ ਵੱਲੋਂ ਇੱਕ ਅਖਬਾਰ ਦੀ ਪੋਸਟ ਵੀ ਸ਼ੇਅਰ ਕੀਤੀ ਸੀਗੀ ਕਿ ਹਾਈ ਕਮਾਨ ਅੱਗੇ ਨਾ ਚੁੱਕਣ ਦੇ ਸੰਕੇਤ ਦਿੱਤੇ ਸੀਗੇ ਸੁਨੀਲ ਜਾਖੜ ਨੇ। ਤੇ ਅੱਜ ਸਮਾਗਮ ਦੇ ਵਿੱਚ ਵੀ ਨਹੀਂ ਪਹੁੰਚੇ, ਨਾ ਤਾਂ ਸਾਬਕਾ ਪ੍ਰਧਾਨ ਪਹੁੰਚੇ ਨੇ ਤੇ ਨਾ ਹੀ ਉਹਨਾਂ ਤੋਂ ਸਾਬਕਾ ਪ੍ਰਧਾਨ ਪਹੁੰਚੇ ਨੇ। ਤਾਂ ਰਾਜਾ ਵੜਿੰਗ ਨੇ ਜਿਹੜੇ ਉਹਨਾਂ ਨੇ ਸਹੁੰ ਚੁੱਕੀ ਤੇ ਆਪਣੀ ਜ਼ਿੰਮੇਵਾਰੀ ਸਾਂਭੀ ਤੇ ਗੱਲ ਕਹੀ ਹੈ ਕਿ ਬਿਆਨ ਦਿੱਤਾ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਕਿ ਜੇ ਪਾਰਟੀ ਵਿਰੋਧੀ ਗਤੀਵਿਧੀਆਂ ਨੇ ਜਿਹੜੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਤੇ ਪਾਰਟੀ ਦੇ ਵਿਰੋਧੀ ਅੰਸਰਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ। ਤਾਂ ਅਜਿਹਾ ਬਿਆਨ ਉਹਨਾਂ ਦੇ ਵੱਲੋਂ ਪਹਿਲਾਂ ਵੀ ਕਈ ਵਾਰ ਦਿੱਤਾ ਜਾ ਚੁੱਕਿਆ ਤੇ ਉਹੀ ਬਿਆਨ ਉਹਨਾਂ ਨੇ ਹੁਣ ਦਿੱਤਾ ਹੈ। ਸੁਨੀਲ ਜਾਖੜ ਨੂੰ ਕਿਵੇਂ ਦੇਖਦੇ ਹੋ? ਅੱਜ ਉਹ ਵੀ ਸਮਾਗਮ ਦਾ ਹਿੱਸਾ ਨਹੀਂ ਬਣੇ ਤਾਂ ਕੀ ਸੁਨੀਲ ਜਾਖੜ ਦੀ ਨਾਰਾਜ਼ਗੀ ਹਾਈ ਕਮਾਨ ਦੇ ਨਾਲ ਹੀ ਹੈ ਜਾਂ ਫਿਰ ਰਾਜਾ ਵੜਿੰਗ ਦੇ ਨਾਲ ਵੀ ਨਾਰਾਜ਼ ਨੇ? ਚੱਠਾ ਸਾਹਿਬ ਸੁਨੀਲ ਜਾਖੜ ਜੀ ਨੇ ਭਗਤ ਰਵਿਦਾਸ ਜੀ ਦੇ ਜਨਮ ਸਥਾਨ ਬਨਾਰਸ ਵਿੱਚ ਜਾ ਕੇ ਉਸ ਮੰਦਿਰ ਦੇ ਵਿੱਚ ਸਜਦਾ ਕੀਤਾ ਹੈ ਤੇ ਉਹਨਾਂ ਨੇ ਉੱਥੇ ਅਰਦਾਸ ਵੀ ਕੀਤੀ ਹੈ ਕਿ ਜੇ ਕੋਈ ਮੇਰੇ ਤੋਂ ਭੁੱਲੇ ਚੁੱਕੇ ਗਲਤੀ ਹੋ ਗਈ ਹੋਵੇ, ਕੋਈ ਸ਼ਬਦ ਇਹੋ ਜਿਹਾ ਬੋਲਿਆ ਗਿਆ ਹੋਵੇ ਜਿਹੜਾ ਦਲਿਤ ਭਾਈ ਦੇ ਹਿਰਦਿਆਂ ਨੂੰ ਵਿੰਨ੍ਹਦਾ ਹੋਵੇ, ਮੈਂ ਉਸ ਦੀ ਮਾਫੀ ਚਾਹੁੰਦਾ। ਮੈਂ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦਾ, ਮੈਂ ਵੀ ਕਰਦਾ ਤੇ ਮੇਰਾ ਪਰਿਵਾਰ ਸਤਿਕਾਰਯੋਗ ਪਿਤਾ ਜੀ, ਦਾਦਾ ਜੀ, ਮੇਰਾ ਖਾਨਦਾਨ ਕਾਂਗਰਸ ਵਿੱਚ ਰਹਿ ਕੇ ਸਮੁੱਚੇ ਸਾਰੇ ਧਰਮਾਂ ਸਤਿਕਾਰ ਕਰਦੇ ਆਏ। ਪਰ ਜੋ ਕੁਝ ਵੀ ਮੇਰੇ ਖਿਲਾਫ ਇਹ ਦੋਸ਼ ਲੱਗੇ ਨੇ ਇਹ ਸਿਰਫ ਉਹਨਾਂ ਨੇ ਮੇਰੇ ਬਿਆਨ ਨੂੰ ਤਰੋੜ ਬਰੋੜ ਕੇ ਗਲਤ ਰੰਗਤ ਦੇ ਕੇ ਮੈਨੂੰ ਬਦਨਾਮ ਕਰਨ ਦੀ ਜਾਂ ਮੇਰੇ ਚਿਹਰੇ ਨੂੰ, ਮੇਰੇ ਡਿਗਨਿਟੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਉਸ ਸਥਾਨ ਦੇ ਉੱਤੇ ਆ ਕੇ ਜਿੱਥੇ ਭਗਤ ਰਵਿਦਾਸ ਜੀ ਦੇ ਸਾਰੇ ਜਿੰਨੇ ਵੀ ਪੈਰੋਕਾਰ ਨੇ ਉਹਨਾਂ ਨੂੰ ਸਜਦਾ ਕਰਦੇ ਮੈਂ ਉੱਥੇ ਮਾਫੀ ਮੰਗਦਾ। ਜਦੋਂ ਐਡੀ ਵੱਡੀ ਗੱਲ ਬੰਦਾ ਉਸ ਸਥਾਨ ਦੇ ਉੱਤੇ ਜਾ ਕੇ ਕਰ ਦੇਵੇ ਤਾਂ ਪਾਰਟੀ ਨੂੰ ਵੀ ਕੋਈ ਉਹਦੇ ਖਿਲਾਫ ਐਕਸ਼ਨ ਨਹੀਂ ਲੈਣਾ ਚਾਹੀਦਾ। ਜਿਹੜਾ ਬੰਦਾ ਆਪਣੀ ਗਲਤੀ ਨੂੰ ਮੰਨ ਲੈਂਦਾ ਉਹ ਤਕਰੀਬਨ ਅੱਗੇ ਨੂੰ ਸੁਧਾਰ ਦੀ ਆਸ ਹੁੰਦੀ ਹੈ ਤੇ ਉਹ ਬੰਦੇ ਤੋਂ ਜੇ ਕੋਈ ਗੱਲ ਕਹੀ ਵੀ ਗਈ ਹੈ ਤਾਂ ਉਹਨੂੰ ਰਿਲਾਈਜ਼ ਕਰਦਾ ਜੇ ਮੈਂ ਤੋਂ ਕਹੀ ਵੀ ਗਈ ਹੈ ਮੈਂ ਉਹਦੀ ਮਾਫੀ ਮੰਗਦਾ। ਪਾਰਟੀ ਉਹਦਾ ਕੁਝ ਨਹੀਂ ਵਿਗਾੜ ਸਕਦੀ ਕਿਉਂਕਿ ਪਾਰਟੀ ਕੋਲ ਵਿਗਾੜ ਨੂੰ ਰਹਿ ਵੀ ਕੀ ਗਿਆ। ਹੁਣ G23 ਦੇ ਜਿੰਨੇ ਨੇਤਾ ਸਨ ਸਾਰੇ ਹੀ ਬਾਗੀ ਹੋਏ ਬੈਠੇ ਨੇ, ਕਿਹਦੇ ਖਿਲਾਫ ਇਹ ਕਾਰਵਾਈ ਕਰਨਗੇ? ਉਹਦਾ ਗੱਲ ਹੋਏਗਾ ਤਾਂ ਕਿਸੇ ਨੇ ਕਿਹਾ ਕਹਿੰਦੇ ਘਰ ਹੋਵੇ ਕੁੱਲਾ ਤਾਂ ਸਮਝਾਏ ਵਿਹੜਾ। ਇੱਕ ਘਰ ਖਰਾਬ ਹੈ ਤਾਂ ਵਿਹੜੇ ਵਾਲੇ ਇਕੱਠੇ ਹੋ ਗਏ ਨੇ ਭਾਈ ਸਮਝਾਓ ਇਹ ਗੱਲ ਕੀ ਹੋ ਰਹੀ। ਘਰ ਹੋਵੇ ਕੁੱਲਾ ਤੇ ਸਮਝਾਏ ਵਿਹੜਾ, ਜੇ ਵਿਹੜਾ ਹੋਵੇ ਕੁੱਲਾ ਫਿਰ ਸਮਝਾਏ ਕਿਹੜਾ। ਜਦੋਂ ਕਾਂਗਰਸ ਪਾਰਟੀ ਦੇ ਵਿੱਚ ਸਾਰੇ ਹੀ ਲੀਡਰ ਆਪਣੀ ਆਪਣੀ ਤੂਤੀ ਵਜਾ ਰਹੇ ਨੇ, ਆਪਣੇ ਆਪਣੇ ਪਾਸੇ ਚੱਲੇ ਜਾ ਰਹੇ ਨੇ। ਹੁਣ ਸੋਨੀਆ ਗਾਂਧੀ ਦੇ 3 ਜੀ ਨੇ ਇਹ ਕੀ ਸਮਝਾਉਣਗੇ ਔਰ ਕਿਹੜਾ ਉਹਨਾਂ ਦੇ ਕਹੇ ਲੱਗੂ ਜਿਹਨਾਂ ਨੂੰ ਸਮਝਾਉਣਗੇ ਉਹਨਾਂ ਦੇ ਬਾਪ ਦਾਦਿਆਂ ਦੇ ਹਾਲ ਦੇ ਨੇ। ਇਹ ਜੇ ਉਹਨਾਂ ਨੂੰ ਕੋਈ ਮਤ ਦੇਣਗੇ ਮੈਂ ਤਾਂ ਸਮਝਾ ਇੱਕ ਜਿੱਦਾਂ ਹੁਣ ਆਪਾਂ ਕਹਿੰਦੇ ਹੁੰਦੇ ਆ ਕਿਸੇ ਦੀਵੇ ਨੂੰ, ਕਿਸੇ ਸੂਰਜ ਨੂੰ ਚਿਰਾਗ ਦਿਖਾਉਣ ਵਾਲੀ ਗੱਲ ਹੈ। ਇਹ ਬਹੁਤ ਸਾਂਢੇ ਹੋਏ ਸਿਆਣੇ ਕੁਰਬਾਨੀਆਂ ਵਾਲੇ ਲੀਡਰ ਨੇ ਜਿਹੜੇ ਇਹਨਾਂ ਨੂੰ ਇੰਸਟਰਕਸ਼ਨਾਂ ਦੇਣਗੇ ਜਾਂ ਇਹਨਾਂ ਨੂੰ ਕਾਰਵਾਈ ਅਨੁਸ਼ਾਸਨੀ ਕਾਰਵਾਈ ਕਰਨਗੇ। ਉਦਾਂ ਦੇ ਬੱਚਿਆਂ ਵਰਗੇ ਹੋਣਗੇ ਜੇ ਇਹਨਾਂ ਨੇ ਪਾਰਟੀ ਨੂੰ ਇਕਜੁੱਟਤਾ ਰੱਖਦੇ ਆ ਤਾਂ ਪਾਰਟੀ ਦੀ ਮੀਟਿੰਗ ਲਾ ਕੇ ਜਿਹੜੇ ਰੁੱਸੇ ਹੋਏ ਲੀਡਰ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਰੋਸ ਹੈ ਜਾਂ ਕੋਈ ਦੁੱਖ ਹੈ ਜਾਂ ਤਕਲੀਫ ਹੈਗੀ ਹੈ 9 ਤਰੀਕ ਨੂੰ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਬਣਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸਾਰਿਆਂ ਨੂੰ ਇਕਜੁੱਟ ਹੋ ਕੇ ਚੱਲਾਂਗੇ, ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ, ਇਕੱਠੇ ਕਰਨ ਦੇ ਵਿੱਚ ਭੂਮਿਕਾ ਅਦਾ ਕਰਾਂਗੇ। ਤਾਂ ਅੱਜ ਤਾਜਪੋਸ਼ੀ ਸਮਾਗਮ ਸੀਗਾ 22 ਤਰੀਕ ਸੀਗੀ। ਤਾਂ ਜਿਸ ਤਰੀਕੇ ਦੇ ਨਾਲ ਗੱਲ ਕੀਤੀ ਜਾਵੇ ਸੁਖਜਿੰਦਰ ਰੰਧਾਵਾ ਲੱਗ ਚੱਲ ਰਹੇ ਨੇ, ਰਵਨੀਤ ਬਿੱਟੂ ਦੀ ਗੱਲ ਕੀਤੀ ਜਾਵੇ ਸੁਨੀਲ ਜਾਖੜ ਨਹੀਂ ਪਹੁੰਚੇ, ਨਵਜੋਤ ਸਿੰਘ ਸਿੱਧੂ ਲੱਗ ਟਰੈਕ ਤਾਂ ਕੀ ਲੱਗਦਾ ਹੈ ਕਿ ਇੰਨੇ ਕੁ ਦਿਨਾਂ ਦੇ ਵਿੱਚ ਜੇਕਰ ਰਾਜਾ ਵੜਿੰਗ ਇਹ ਸਾਰੇ ਲੀਡਰਾਂ ਨੂੰ ਇਕੱਠਾ ਨਹੀਂ ਕਰ ਸਕੇ ਕਿਉਂਕਿ ਅੱਜ ਇੱਕ ਵੱਡਾ ਸਮਾਗਮ ਕਾਂਗਰਸ ਪ੍ਰਧਾਨ ਦੀ ਜਿਹੜਾ ਤਾਜਪੋਸ਼ੀ ਸਮਾਗਮ ਹੋਣਾ ਸੀਗਾ, ਸਹੁੰ ਚੁੱਕਣੀ ਸੀ ਉਹਨਾਂ ਨੇ, ਤਾਂ ਇਸ ਮੌਕੇ ਹੀ ਜੇਕਰ ਪਾਰਟੀ ਦੇ ਆਗੂ ਇਕਜੁੱਟ ਨਹੀਂ ਹੋਏ ਤਾਂ ਕੀ ਲੱਗਦਾ ਰਾਜਾ ਵੜਿੰਗ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬਾਕੀ ਧੜੇਬੰਦੀਆਂ ਨੇ ਪੰਜਾਬ ਕਾਂਗਰਸ ਦੇ ਵਿੱਚ
ਤਾਂ ਉਹ ਸਾਰੇ ਧੜੇ ਬੰਦਿਆਂ ਦੇ ਲੀਡਰਾਂ ਨੂੰ ਇਕੱਠੇ ਇਕਜੁੱਟ ਲੈ ਕੇ ਚੱਲ ਸਕਣਗੇ, ਉਮੀਦ ਲੱਗਦੀ ਆ। ਚੱਠਾ ਸਾਹਿਬ ਕਾਂਗਰਸ ਦੇ ਜਿੰਨੇ ਵੀ ਸਾਬਕਾ ਪ੍ਰਧਾਨ, ਸਾਬਕਾ ਮੰਤਰੀ, ਸਾਬਕਾ MP, ਸਾਬਕਾ ਰਾਜ ਸਭਾ, ਇਹ ਸਭ ਦੇ ਗਰਦਨ ਦੇ ਬੜਿਆ ਹੋਇਆ। ਇਹ ਉਹ ਹਉਮੈ ਨੂੰ ਛੱਡਣ ਨੂੰ ਤਿਆਰ ਨਹੀਂ ਹੈਗੇ। ਇਹ ਹਰ ਬੰਦਾ ਕਹਿੰਦਾ ਕਿ ਮੇਰੇ ਤੋਂ ਬਿਨਾਂ ਕੋਈ ਪਾਰਟੀ ਦਾ ਕੁਝ ਨਹੀਂ ਚਲਾ ਸਕਦਾ, ਇਹਨੂੰ ਮੈਂ ਹੀ ਕਰ ਸਕਦਾ। ਇਸ ਲਈ ਜਦ ਤੱਕ ਪਾਰਟੀ ਦੇ ਵਿੱਚ ਇੱਕ ਤਿਆਗ, ਇੱਕ ਸਤਿਕਾਰ, ਇੱਕ ਦੂਜੇ ਦਾ ਮਾਣ ਇਹ ਕਰਨ ਦਾ ਜਿਹੜਾ ਇਹਨਾਂ ਦੇ ਅੰਦਰ ਨਹੀਂ ਆਉਂਦਾ, ਜਦ ਤੱਕ ਕੋਈ ਪਾਰਟੀ ਨਹੀਂ ਆਉਂਦੀ। ਜਦ ਤੱਕ ਸੈਂਟਰ ਕੋਈ ਸਖਤ ਸਟੈਂਡ ਨਹੀਂ ਲੈਂਦੀ ਜਾਂ ਫ੍ਰੀ ਹੈਂਡ ਰਾਜਾ ਵੜਿੰਗ ਨੂੰ ਨਹੀਂ ਕਰਦੀ, ਜਦ ਤੱਕ ਪਾਰਟੀ ਦੀ ਹਾਲਤ ਹੈ ਜਿਹੜੀ ਉਹ ਸੁਧਰਨ ਵਾਲੀ ਨਹੀਂ, ਇਹ ਹੋਰ ਵੀ ਅੱਗੇ ਨਾਲੋਂ ਖਰਾਬ ਹੋਈ। ਕਿਉਂਕਿ ਰਾਜਾ ਵੜਿੰਗ ਨੂੰ ਤਾਂ ਕੱਲ ਦਾ ਮੁੰਡਾ ਹੀ ਸਮਝਦੇ ਨੇ, ਵੀ ਬੱਚਾ ਹੀ ਹੈ, ਕੀ ਕਰੂਗਾ, ਅਸੀਂ ਇੰਨੇ ਪੁਰਾਣੇ ਲੀਡਰ ਨੇ। ਪਰ ਇਹ ਨਹੀਂ, ਪਾਰਟੀ ਦਾ ਡਿਸਿਪਲਿਨ ਹੁੰਦਾ। ਇੱਕ ਪਾਰਟੀ ਜਿਸ ਨੂੰ ਅੱਗੇ ਲਾ ਕੇ ਜਿਸ ਦੇ ਸਿਰ ਤੇ ਸਿਹਰਾ ਬਣਦੀ ਹੈ, ਉਹੀ ਲਾੜਾ ਹੁੰਦਾ, ਉਹੀ ਵਿਆਹੁਣ ਜਾਂਦਾ, ਉਸੇ ਦਾ ਹੁਕਮ ਚੱਲਦਾ। ਇਸ ਲਈ ਸਭ ਲੀਡਰ ਆਪਣਾ ਆਪਣਾ ਬਾਰੀ ਆ ਕੇ ਆਪਣਾ ਰਾਜ, ਆਪਣੀ ਸਤਾ ਪਗਾ ਚੁੱਕੇ ਨੇ। ਹੁਣ ਉਹਦਾ ਸਪੋਰਟ ਕਰਨਾ ਚਾਹੀਦਾ, ਰਾਜੇ ਵੜਿੰਗ ਦਾ ਉਹਦੀ ਸਪੋਰਟ ਕਰਨੀ ਚਾਹੀਦੀ, ਤਾਂ ਹੀ ਪਾਰਟੀ ਕਾਮਯਾਬ ਹੋ ਸਕਦੀ। ਬਿਲਕੁਲ। ਤਾਂ ਦੇਖਿਆ ਜਾਵੇ ਇੱਕ ਪਾਸੇ ਅਜਿਹੀਆਂ ਸਥਿਤੀਆਂ ਨਜ਼ਰ ਆ ਰਹੀਆਂ ਨੇ, ਤੇ ਉੱਧਰ ਨਵਜੋਤ ਸਿੰਘ ਦੀ ਗੱਲ ਕੀਤੀ ਜਾਵੇ, ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਸੀਗਾ, ਜਿਸ ਤਰੀਕੇ ਦੇ ਨਾਲ ਕਹਿੰਦੇ ਪਿਛਲੇ 5 ਸਾਲ ਮਾਫੀਆ ਰਾਜ ਚੱਲਦਾ ਰਿਹਾ ਪੰਜਾਬ ਦੇ ਅੰਦਰ, ਤਾਂ ਉਸੇ ਕਰਕੇ ਕਾਂਗਰਸ ਪਾਰਟੀ ਦੀ ਸਥਿਤੀ ਹੋਈ ਹੈ। ਜੇਕਰ ਗੱਲ ਕੀਤੀ ਜਾਵੇ 18 ਸੀਟਾਂ ਦੀ, 18 ਸੀਟਾਂ ਤੇ ਸਿਮਟ ਕੇ ਰਹਿ ਗਈ ਹੈ, ਤਾਂ ਉਸ ਤੋਂ ਬਾਅਦ ਸਿੱਧੇ ਤੌਰ ਤੇ ਨਿਸ਼ਾਨਾ ਜਿਹੜਾ ਉਹ CM ਚੰਨੀ ਤੇ ਸਾਧਦੇ ਨਜ਼ਰ ਆਏ, ਤੇ ਉਸਦਾ ਜਵਾਬ ਵੀ ਚਰਨਜੀਤ ਚੰਨੀ ਨੇ ਉਹਨਾਂ ਨੂੰ ਦੇ ਦਿੱਤਾ ਹੈ। ਕਹਿੰਦੇ ਕਿ ਜਿਹੜੀ CM ਦੀ ਜ਼ਿੰਮੇਵਾਰੀ ਆ ਉਹ ਤਾਂ ਅਸੀਂ ਅਦਾ ਕੀਤੀ ਹੈ, ਪਰ ਜਿਹੜੀ ਪ੍ਰਧਾਨ ਦੀ ਜ਼ਿੰਮੇਵਾਰੀ ਸੀ ਇਹ ਤਾਂ ਉਹਦੇ ਬਾਰੇ ਉਹੀ ਦੱਸ ਸਕਦੇ ਨੇ। ਤਾਂ ਕੀ ਲੱਗਦਾ ਹੈ, ਜਿਸ ਤਰੀਕੇ ਦੀਆਂ ਸਥਿਤੀਆਂ ਬਣਦੇ ਨਜ਼ਰ ਆ ਰਹੀਆਂ ਨੇ, ਤਾਂ ਜੋ ਕਾਂਗਰਸ ਪਾਰਟੀ ਦੀ ਸਥਿਤੀ ਬਣੀ ਹੈ, ਕੀ ਉਸਦੇ ਵਾਸਤੇ ਚਰਨਜੀਤ ਚੰਨੀ ਜ਼ਿੰਮੇਵਾਰ ਸੀ, ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੀ ਉਸ ਸਮੇਂ ਕੀ ਉਹ ਜ਼ਿੰਮੇਵਾਰ ਸੀ, ਜਾਂ ਫਿਰ ਜਿਹੜਾ ਕਾਟੋ ਕਲੇਸ਼ ਹੈ ਉਹ ਜ਼ਿੰਮੇਵਾਰ ਸੀਗਾ ਜੋ ਕਾਂਗਰਸ ਪਾਰਟੀ ਦੀ ਸਥਿਤੀ ਹੋਈ ਹੈ? ਚੱਠਾ ਸਾਹਿਬ, ਸਭ ਤੋਂ ਵੱਡੀ ਜਿਹੜੀ ਪਾਵਰ ਹੁੰਦੀ ਹੈ ਉਹ ਪ੍ਰਧਾਨ ਦੀ ਹੁੰਦੀ ਹੈ। ਇੱਕ ਪਾਰਟੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਅੱਗੇ ਕੰਮ ਕਰਦੀ। ਜਦੋਂ ਆਪਣਾ ਰੰਧਾਵਾ ਇਹਨੂੰ ਸਿੱਧੂ ਸਾਹਿਬ ਜੀ ਨੂੰ ਪ੍ਰਧਾਨ ਥਾਪ ਦਿੱਤਾ ਗਿਆ, ਉਹਨਾਂ ਦੀ ਡਿਊਟੀ ਬਣਦੀ ਸੀ, ਜਿੱਥੇ ਕਿਤੇ ਉਹਨਾਂ ਨੂੰ ਗਲਤ ਨਜ਼ਰ ਆਉਂਦਾ ਸੀ, ਜਿੱਥੇ ਕਿਤੇ ਕੁਰੀਤੀਆਂ ਨਜ਼ਰ ਆਉਂਦੀਆਂ ਸਨ, ਜਿੱਥੇ ਕਿਤੇ ਕਰਪਸ਼ਨ ਦੀ ਕੋਈ, ਇਹਨਾਂ ਨੂੰ ਉਸੇ ਟਾਈਮ ਸਟੈਂਡ ਲੈ ਲੈਣਾ ਚਾਹੀਦਾ ਸੀ। ਅਗਰ ਇਹਨਾਂ ਦਾ ਸਟੈਂਡ ਲਿਆ ਹੁੰਦਾ ਤਾਂ ਜੋ ਕੁਛ ਅੱਜ ਗੱਲਾਂ ਕਰਦੇ ਨੇ, ਉਹ ਗੱਲਾਂ ਕਰਨ ਦਾ ਸਮਾਂ ਨਹੀਂ ਸੀ ਮਿਲਣਾ, ਤੇ ਨਾ ਹੀ ਇਹ ਗੱਲਾਂ ਹੋਣੀਆਂ ਸੀ। ਉਸ ਟਾਈਮ ਪਤਾ ਨਹੀਂ ਇਹਨਾਂ ਤੇ ਕਿਹੜਾ ਪ੍ਰੈਸ਼ਰ ਸੀਗਾ, ਵੱਡਾ ਪ੍ਰੈਸ਼ਰ ਇਹਦੇ ਉੱਤੇ ਮਹਾਰਾਜਾ ਵਰਿੰਦਰ ਦਾ ਸੀਗਾ। ਉਹ ਪ੍ਰੈਸ਼ਰ ਇਹਨਾਂ ਨੇ ਸਾਰਿਆਂ ਨੇ ਰਲ ਕੇ ਉਹਨੂੰ ਪਾਰਟੀ ਤੋਂ ਬਾਹਰ ਕੱਢਤਾ। ਉਸ ਟਾਈਮ ਤਾਂ ਇਹ ਫ੍ਰੀ ਹੋਲਡ ਸੀਗੇ, ਫ੍ਰੀ ਹੈਂਡ ਸੀਗੇ ਸਿੱਧੂ ਸਾਹਿਬ, ਪਰ ਸਿੱਧੂ ਸਾਹਿਬ ਨੇ ਆਪਣੀ ਪ੍ਰਧਾਨਗੀ ਦੇ ਵਿੱਚ ਕੋਈ ਠੋਸ ਕਦਮ, ਅਗਰ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਚੰਨੀ ਦੇ ਬੰਦੇ ਜਾਂ ਚੰਨੀ ਦਾ ਗਰੁੱਪ ਜਾਂ ਚੰਨੀ ਦੀ ਕੈਬਨਿਟ ਦੇ ਮੰਤਰੀ ਇਹ ਕਰਪਸ਼ਨ ਕਰ ਰਹੇ ਨੇ, ਇਹ ਉਸੇ ਟਾਈਮ ਉਹਨਾਂ ਨੂੰ ਨੋਟਿਸ ਜਾਰੀ ਕਰਦੇ, ਉਹ ਨੋਟਿਸ ਪਬਲਿਸ਼ ਹੁੰਦਾ, ਲੋਕਾਂ ਨੂੰ ਪਤਾ ਲੱਗਦਾ ਵੀ ਜਿਹੜਾ ਚੰਨੀ ਹੈ ਆਪਣਾ ਸਿੱਧੂ ਸਾਹਿਬ ਨੇ ਬੜੇ ਇਮਾਨਦਾਰ ਨੇ, ਉਹ ਪਾਰਟੀ ਪਰ ਉਹਨੇ ਕੀਤਾ ਕੁਛ ਨਹੀਂ ਉਸ ਟਾਈਮ ਦਾ, ਸਵਾਏ ਇਹਨਾਂ ਦੇ ਬਿਆਨਬਾਜ਼ੀ ਦਾ ਲਾ ਦੋ ਛਿੱਕਾ, ਚੱਕ ਦੋ ਚੌਕਾ, ਫਰਾਣਾ ਕਰ ਦੋ, ਕੀਤਾ ਕੁਝ ਨਹੀਂ। ਹੁਣ ਸਮਾਂ ਵਿਹਾਉਣ ਤੋਂ ਬਾਅਦ ਕੋਈ ਗੱਲ ਕਹਿਣ ਦਾ ਕੋਈ ਫਾਇਦਾ ਕੋਈ ਨਹੀਂ ਹੁੰਦਾ। ਹੁਣ ਤਾਂ ਇੱਕ ਪਾਣੀ ਵਿੱਚ ਵਧਾਣੀ ਪਾਉਣ ਵਾਲੀ ਗੱਲ ਹੈ, ਨਿਕਲਣਾ ਇਹਦੇ ਵਿੱਚੋਂ ਕੁਝ ਨਹੀਂ ਹੈਗਾ। ਚੰਨੀ ਨੇ ਇਹਨਾਂ ਦੇ ਦੋਸ਼ ਲਾਏ ਜਾਣੇ ਆ, ਇਹਨਾਂ ਨੇ ਚੰਨੀ ਉੱਤੇ ਦੋਸ਼ ਲਾਏ ਜਾਣੇ ਆ, ਅੱਗੇ ਜੀ ਇਨਕੁਆਰੀਆਂ ਬੈਠ ਗਈਆਂ। ਇਸ ਰਾਤ ਦੇ ਹਮਾਮ ਵਿੱਚ ਕੋਈ ਵੀ ਪਵਿੱਤਰ ਨਹੀਂ ਹੈਗਾ, ਹਰ ਬੰਦੇ ਤੋਂ ਕੋਈ ਨਾ ਕੋਈ ਗਲਤੀ ਹੋ। ਜਿਹੜਾ ਫਸ ਜਾਂਦਾ ਉਹ ਚੋਰ ਸਮਝ ਜਾਂਦਾ, ਜਿਹੜਾ ਨਹੀਂ ਫਸਦਾ ਉਹ ਸਾਧ ਸਮਝਿਆ ਜਾਂਦਾ। ਹੁਣ ਚੰਨੀ ਦਾ ਭਾਣਜਾ ਫਸ ਗਿਆ, ਉਹ ਫਸਣ ਕਰਕੇ ਚੰਨੀ ਵੀ ਉਹ ਡਿੱਕੇ ਜਾ ਗਿਆ। ਕੱਲ ਨੂੰ ਸਿੱਧੂ ਸਾਹਿਬ ਦਾ ਕੋਈ ਰਿਸ਼ਤੇਦਾਰ, ਇਹਨਾਂ ਦੀ ਘਰਵਾਲੀ ਜਾਂ ਹੋਰ, ਇਹਨਾਂ ਨੇ ਵੀ ਕਾਰਪੋਰੇਸ਼ਨ ਦੇ ਵਿੱਚ ਕੰਮ ਕੀਤਾ, ਕੋਈ ਨਾ ਕੋਈ ਗਲਤੀ ਨਿਕਲੇ। ਅਗਰ ਕੋਈ ਗਲਤੀ ਦੂਜੀ ਸਰਕਾਰ ਵਾਲੇ ਕੱਢ ਕੇ ਇਹਨੂੰ ਅੱਗੇ ਲਿਆਉਣ ਦਾ, ਤਾਂ ਲੋਕਾਂ ਨੇ ਸਾਰਿਆਂ ਨੇ ਇਹਦਾ ਪਿੱਛੇ ਹੋ ਜਾਣਾ। ਦੇਖੋ ਜੀ, ਆਪਣੇ ਆਪ ਨੂੰ ਕਿੰਨੇ ਪਵਿੱਤਰ ਸਮਝਦੇ ਸੀ ਇਹਨਾਂ ਨੇ ਕਾਰਪੋਰੇਸ਼ਨ, ਪਰ ਘਟਾਲਾ ਤਾਂ ਹੋ ਜੇ ਇਹਨੇ ਕਾਰਪੋਰੇਸ਼ਨ ਕੀਤਾ ਹੋਵੇ। ਇਹਨਾਂ ਨੇ ਤਾਂ ਜਿੰਨੀ ਦੇਰ ਮੰਤਰੀ ਰਹੇ ਉਹ ਫਾਈਲਾਂ ਦਬ ਕੇ ਹੀ ਰੱਖੀਆਂ, ਕੋਈ ਫਾਈਲ ਨਹੀਂ ਕੱਢੀ, ਕੋਈ ਕਿਸੇ ਪਾਸੇ ਕੁਝ ਨਹੀਂ ਕੀਤਾ, ਬਸ ਇੱਕੇ ਜਿੱਤ ਸੀਗਾ, ਮੈਂ ਤਾਂ ਇੰਡੀਪੈਂਡੈਂਟ ਲੈਵਲ ਤੇ ਫਲਾਣਾ ਹੀ ਮਹਿਕਮਾ ਦਿਓ, ਫਲਾਣਾ ਹੀ ਦਿਓ। ਪਰ ਪਾਰਟੀ ਵਿੱਚ ਤਾਂ ਡਿਸਿਪਲਿਨ ਨਾਲ ਚੱਲਣਾ ਚਾਹੀਦਾ। ਜੋ ਵੀ ਪਾਰਟੀ ਕੋਈ ਸੇਵਾ ਕੋਈ ਮੌਕਾ ਦਿੰਦੀ ਹੈ, ਉਹਨੂੰ ਬੜੀ ਪਿਆਰ ਸਹਿਜ ਨਾਲ ਸੁਣਾਉਣਾ ਚਾਹੀਦਾ। ਇੱਕ ਅਹੁਦੇ ਪਿੱਛੇ ਲੱਗ ਕੇ ਨਹੀਂ ਲੱਗਣਾ ਵੀ ਮੈਂ ਇਹਦੇ ਅਹੁਦੇ ਦੇ ਉੱਤੇ ਨਹੀਂ। ਮੈਨੂੰ ਗੱਲ ਯਾਦ ਆਈ, ਕੈਪਟਨ ਕਮਲਜੀਤ ਸਿੰਘ ਜੀ ਪਹਿਲੀ ਮਿਨਿਸਟਰੀ ਦੇ ਵਿੱਚ ਵਿੱਤ ਮੰਤਰੀ ਹੁੰਦੇ ਸੀ, ਮੈਂ ਉਹਨਾਂ ਦੇ ਨਾਲ ਹੁੰਦਾ ਸੀਗਾ, ਉਹਨਾਂ ਦਾ ਸਹਾਇਕ ਸੀਗਾ। ਮੈਂ ਅਸੀਂ ਜਾ ਕੇ ਦੂਜੀ ਜਦੋਂ ਸਰਕਾਰ ਬਣੀ, ਉਹਦੇ ਵਿੱਚ ਮਨਪ੍ਰੀਤ ਬਾਦਲ ਨੂੰ ਵਿੱਤ ਮੰਤਰੀ ਬਣਾਤਾ।
ਮੈਂ ਕਿਹਾ ਮਾਂ ਕੈਪਟਨ ਸਾਹਿਬ ਤੁਸੀਂ ਇੰਨੇ ਸੀਨੀਅਰ ਸੀਗੇ, ਇੰਨੇ ਪੁਰਾਣੇ ਸੀਗੇ, ਤੁਹਾਨੂੰ ਬਦਲ ਕੇ ਸਹਿਕਾਰ ਦਾ ਮਹਿਕਮਾ ਦਿੱਤਾ ਤੇ ਮਨਪ੍ਰੀਤ ਨੂੰ ਵਿੱਤ ਮੰਤਰੀ ਬਣਾਤਾ ਤੇ ਸੈਨਿਓਰਿਟੀ ਤੋਂ ਉਹ ਕਹਿੰਦਾ ਪਾਰਟੀ ਸੈਨਿਓਰਿਟੀ ਕਿਹੜਾ ਪੁੱਛਦਾ, ਕੋਈ ਨਹੀਂ ਸੈਨਿਓਰਿਟੀ ਸੁਣਦੀ ਪੁੱਛਦਾ, ਜਿਹਦਾ ਦਾ ਲੱਗ ਜੇ ਉਹੀ ਆਪਣਾ ਦਾ ਲਾ ਦਿੰਦਾ। ਇਸ ਲਈ ਚੰਨੀ ਦਾ ਦਾ ਲੱਗ ਗਿਆ, ਚੰਨੀ ਆਪਣਾ ਤੀਰ ਚਲਾ ਗਿਆ, ਰਾਜਾ ਵੜਿੰਗ ਦਾ ਦਾ ਲੱਗ ਗਿਆ, ਰਾਜਾ ਵੜਿੰਗ ਨੇ ਆਪਣਾ ਹੁਣ ਦਾ ਚਲਾ ਰਿਹਾ, ਸਿੱਧੂ ਦਾ ਦਾ ਲੱਗ ਗਿਆ ਸੀ, ਸਿੱਧੂ ਨੇ ਵੀ ਆਪਣੀ ਜੰਗ ਦੀ ਚਲਾਈ। ਇਸ ਲਈ ਜਦ ਤੱਕ ਪਾਰਟੀ ਦੇ ਵਿੱਚ ਡਿਸਪਲਿਨ ਨਹੀਂ ਜਾਂ ਪਾਰਟੀ ਦੀ ਹਾਈ ਕਮਾਂਡ ਕਿਸੇ ਦੇ ਉੱਤੇ ਹੱਥ ਕਰਦੀ, ਜਦ ਤੱਕ ਜਿਹੜਾ ਮਰਜ਼ੀ ਕੋਈ ਲੀਡਰ ਹੋਵੇ ਉਹਦੀ ਇੱਕ ਜ਼ੀਰੋ ਵੈਲਿਊ ਹੈ, ਉਹਦੀ ਵੈਲਿਊ ਹੀ ਪਾਰਟੀ ਨਾਲ ਹੈ। ਜੇ ਪਾਰਟੀ ਰੁਤਬਾ ਦੇ ਕੇ ਕੀ ਕਰਦੀ ਹੈ ਤਾਂ ਹੀ ਉਹਦੀ ਬੱਲੇ ਬੱਲੇ ਹੁੰਦੀ ਹੈ, ਨਹੀਂ ਤਾਂ ਬਾਕੀ ਸਾਰੇ ਦਰੀਆਂ ਉਠਾਉਣ ਵਾਲੇ ਹੁੰਦੇ ਨੇ। ਬਿਲਕੁਲ, ਜਿਹਨੂੰ ਜੋ ਅਹੁਦਾ ਦਿੰਦੀ ਹੈ ਹਾਈ ਕਮਾਨ ਤਾਂ ਉਹਦੀ ਪਾਲਣਾ ਜ਼ਰੂਰ ਕਰਨੀ ਪੈਂਦੀ ਹੈ ਤੇ ਬਾਕੀ ਜਿਹੜੇ ਲੀਡਰ ਨੇ ਨੂੰ ਰਾਤ ਨੂੰ ਨਜ਼ਰਾਉਂਦੇ ਨੇ। ਜੇ ਬਣਦੇ ਨਜ਼ਰ ਨੇ ਤੇ ਉਹਦੀ ਗੱਲ ਕਰਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜਿਹੜੀ ਹੁਣ ਅਪੀਲ ਕੀਤੀ ਗਈ ਹੈ ਕੇਂਦਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਤਾਂ ਕਿਵੇਂ ਦੇਖਦੇ ਹੋ? ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਗਈ ਕਿ ਅਸਲੀ ਤੌਰ ਤੇ ਦਖਲ ਦੇਣ। ਉਸ ਤੋਂ ਪਹਿਲਾਂ ਸੰਸਦ ਦੇ ਲੋਕ ਸਭਾ ਦੇ ਵਿੱਚ ਮੁੱਦਾ ਚੁੱਕਿਆ ਗਿਆ, ਹਰਸਿਮਰਤ ਕੌਰ ਬਾਦਲ ਨੇ ਜਿਹੜੇ ਸੰਸਦ ਉਹਨਾਂ ਦੇ ਵੱਲੋਂ। ਤਾਂ ਕਿਵੇਂ ਦੇਖਦੇ ਹੋ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਤਾਂ ਪਹਿਲਾਂ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ, ਉਸ ਸਮੇਂ ਤੇ ਮੁੱਦੇ ਚੁੱਕੇ ਨੂੰ ਪਰ ਜਿਹੜਾ ਹੁਣ ਮੁੱਦਾ ਚੁੱਕਿਆ ਗਿਆ ਅਕਾਲੀ ਦਲ ਦੇ ਵੱਲੋਂ, ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਹੁਣ ਕਹਿੰਦੇ ਨਜ਼ਰ ਆ ਰਹੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਕਿਵੇਂ ਦੇਖਦੇ ਹੋ ਮਾਨਕ ਸਾਹਿਬ? ਚੱਠਾ ਸਾਹਿਬ, ਸਿੰਘ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਬਿਲਕੁਲ ਦੁਰਸਤ ਹੈ। 32 ਸਾਲ ਤੋਂ ਵੱਧ ਦੇ ਵਿੱਚ ਸਿੱਖ ਬੰਦੀ ਜੇਲ੍ਹਾਂ ਵਿੱਚ ਬੈਠੇ, ਉਹਨਾਂ ਦੀਆਂ ਜਿੰਨੀਆਂ ਜੇਲ੍ਹਾਂ ਸੀ, ਜਿੰਨੀ ਸਜ਼ਾ ਸੀ ਉਹ ਪੂਰੀ ਕਰ ਚੁੱਕੇ, ਪਰ ਅੱਜ ਵੀ ਸਰਕਾਰ ਉਹਨਾਂ ਨੂੰ ਛੱਡ ਨਹੀਂ ਰਹੀ। ਭੁੱਲਰ ਸਾਹਿਬ ਦੀ ਲਾ ਲਓ ਤੇ ਦੂਜੀ ਉਹਨਾਂ ਦੀ ਜਿਹਨਾਂ ਨੇ ਭਗਵੰਤ ਬੇਅੰਤ ਸਿੰਘ ਮਾਮਲੇ ਦੇ ਵਿੱਚ ਜੇਲ੍ਹ ਕੱਟ ਰਹੇ ਸੀ, ਉਹਨਾਂ ਦੀ ਲਾ ਲਓ। ਉਹ ਫਾਈਲ ਸੈਂਟਰ ਵੱਲੋਂ ਸਟੇਟ ਸਰਕਾਰ ਦਿੱਲੀ ਕੋਲ ਆਈ, ਉਹ ਕੇਜਰੀਵਾਲ ਸਾਹਿਬ ਕੋਲ ਫਾਈਲ ਪਈ ਹੈ। ਕੇਜਰੀ ਸਾਹਿਬ ਪਤਾ ਨਹੀਂ ਉਹ ਫਾਈਲ ਦੇ ਵਿੱਚੋਂ ਕੀ ਕੱਢ ਰਹੇ ਨੇ, ਕੀ ਸੋਚ ਰਹੇ ਨੇ, ਕਿਉਂ ਨਹੀਂ ਉਹਦੇ ਤੇ ਫੈਸਲਾ ਦੇ ਰਹੇ। ਪਤਾ ਨਹੀਂ ਮੁੱਖ ਮੰਤਰੀ ਦੀ ਕੁਰਸੀ ਹੈ, ਜਿਹੜਾ ਇੱਕ ਵਾਰ ਮੁੱਖ ਮੰਤਰੀ ਬਣ ਜਾਂਦਾ ਹੈ ਉਹਦੇ ਕੰਮ ਕਰਨ ਦਾ ਤਰੀਕਾ ਹੀ ਬਦਲ ਜਾਂਦਾ ਹੈ। ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਰਹੇ, ਉਦੋਂ ਵੀ ਉਹਨਾਂ ਦੀ ਸਜ਼ਾ ਪੂਰੀ ਹੋਈ ਸੀ। ਸੁਖਵੀਰ ਬਾਦਲ ਡਿਪਟੀ ਮੁੱਖ ਮੰਤਰੀ ਰਹੇ, ਉਦੋਂ ਵੀ ਸਜ਼ਾ ਉਹ ਆਪਣੇ ਸਮੇਂ ਵਿੱਚ ਨਹੀਂ ਕਰ ਸਕੇ। ਹੁਣ ਦੂਜਿਆਂ ਨੂੰ ਦੋਸ਼ ਦੇਣ ਵੀ ਤੁਸੀਂ ਕਰੋ ਜਾਂ ਤੁਸੀਂ ਕਿਉਂ ਨਹੀਂ ਕੀਤਾ, ਇਹ ਪਹਿਲਾਂ ਆਪਣੀ ਪੀੜ੍ਹੀ ਥੱਲੇ ਆਪਾਂ ਨੂੰ ਸੋਟਾ ਫੇਰ ਲੈਣਾ ਚਾਹੀਦਾ ਹੈ ਕਿ ਅਸੀਂ ਕਿਉਂ ਨਹੀਂ ਕੀਤਾ, ਸਾਨੂੰ ਕੀ ਮਜਬੂਰੀ ਦਿੱਤਾ। ਖਾਨਪੁਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੀ ਲੱਗਦਾ ਕਿ ਬਿਆਨ ਉਹਨਾਂ ਦਾ ਆਪਣਾ ਹੈ ਜਾਂ ਫਿਰ ਉਹਨਾਂ ਤੋਂ ਬਿਆਨ ਦਵਾਇਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ? ਕੀ ਲੱਗਦਾ ਹੈ ਜੇਕਰ ਸੱਚਾਈ ਦੇਖੀ ਜਾਵੇ? ਦੇਖੋ, ਉਹ ਕਾਰਜਕਾਰੀ ਜਥੇਦਾਰ ਨੇ। ਜਿਹੜਾ ਕਾਰਜਕਾਰੀ ਜਥੇਦਾਰ ਹੁੰਦਾ ਉਹ ਪੱਕਾ ਜਥੇਦਾਰ ਹੁੰਦਾ। ਆਪਾਂ ਕਹਿੰਦੇ ਅਡਹੌਕ ਦੇ ਉੱਤੇ ਰੱਖਿਆ, ਕੀ ਪਤਾ ਕਦੋਂ ਆਰਡਰ ਆ ਜਾਣਾ। ਉਹਨਾਂ ਨੂੰ ਪਹਿਲਾਂ ਸਭ ਤੋਂ ਬਹੁਤ ਚੰਗੇ ਸਿਆਣੇ ਸੁਲਝੇ ਹੋਏ ਬੰਦੇ, ਉਹਨਾਂ ਨੂੰ ਪੱਕਾ ਜਥੇਦਾਰ ਥਾਪਣਾ ਚਾਹੀਦਾ ਜੀ। ਤੇ ਬਾਕੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸ਼੍ਰੋਮਣੀ ਅਕਾਲੀ ਦਲ ਦੇ ਛਤਰ ਛਾਇਆ ਨਾਲ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਰਤਾ ਜੋ ਗੱਲ ਕਹਿੰਦੇ ਨੇ ਉਹੀ ਗੱਲ ਸਾਹਮਣੇ ਆਉਂਦੀ ਹੈ। ਪਿੱਛੇ ਆਪਾਂ ਜਦੋਂ ਰਾਮ ਰਹੀਮ ਜੀ ਨੂੰ ਮੁੜ ਕੇ ਪੰਥ ਵਿੱਚ ਸ਼ਾਮਲ ਕਰਨਾ, ਫਿਰ ਉਹਦੇ ਸਪੋਰਟ ਕਰਨੀ, ਜਦੋਂ ਰੌਲਾ ਪਿਆ ਉਹਦਾ ਹੁਕਮਨਾਮਾ ਕਰਕੇ ਕਰਨਾ, ਇਹ ਸਾਰਾ ਕੁਝ ਹੋਇਆ। ਕਿੰਨਾ ਕੁਝ ਇਹਦੇ ਪਿੱਛੇ ਰੌਲਾ ਪਿਆ, ਕਿੰਨੇ ਹਾਲਾਤ ਵਿਗੜੇ, ਕਿੰਨੇ ਬੰਦੇ ਮਾਰੇ ਗਏ, ਪਰ ਸਮਝ ਨਹੀਂ ਲਾਉਂਦੀ ਇਹਨਾਂ ਸਾਡੇ ਨੇਤਾਵਾਂ ਨੂੰ, ਇਹਨਾਂ ਲੀਡਰਾਂ ਨੂੰ, ਇਹਨਾਂ ਬੁੱਧੇ ਜੀਵਿਆਂ ਨੂੰ। ਇਹ ਕੀ ਕਰਨਾ ਚਾਹੁੰਦੇ ਨੇ? ਕਿਉਂ ਇਹ ਇਨਸਾਨ ਨੇ ਖੂਨ ਦੇ ਭੁੱਖੇ ਹੋਏ ਨੇ? ਕਿਉਂ ਨਹੀਂ ਇਹ ਵਿਸ਼ਵ ਸ਼ਾਂਤੀ ਦੀ ਕੋਈ ਅਰਦਾਸ ਕਰਦੇ ਜਿਸ ਨਾਲ ਸਾਰਾ ਜਗਤ ਇੱਕ ਸੁਰ ਪਿਆਰ ਮੁਹੱਬਤ ਨਾਲ, ਗੁਰੂ ਨਾਨਕ ਦੇਵ ਨੇ ਕਿਹਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਦਾ, ਜਿਸ ਦੁਆਰੇ ਉੱਪਰ ਤਿਤ। ਬਈ ਜੋ ਰਸਤਾ ਨਿਕਲਦਾ ਹੈ ਪਿਆਰ ਦਾ, ਏਕਤਾ ਦਾ, ਮੁਹੱਬਤ ਦਾ, ਉਹ ਰਸਤੇ ਤੇ ਬਣਾ ਕੇ ਸਾਰੇ ਇਨਸਾਨੀਅਤ ਨੂੰ, ਭਾਈਵਾਲ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ। ਪਰ ਇਹ ਲੀਡਰ ਆਪਣੀ ਕੁਰਸੀ ਦੇ ਬਾਰੇ, ਆਪਣੀਆਂ ਰੋਟੀਆਂ ਸੇਕਣ ਦੇ ਬਾਰੇ ਪੁੱਠੇ ਸੁੱਤੇ ਬਿਆਨ ਦੇ ਕੇ ਆਪਣੀ ਪੈਂਟ ਬਣਾਉਣ ਵਾਸਤੇ ਕਰਦੇ ਨੇ, ਜਿਹੜਾ ਕਿ ਧਰਮ ਦੇ ਵਿੱਚ ਇਹ ਕਰਨਾ ਨਹੀਂ ਚਾਹੀਦਾ ਹੈਗਾ। ਧਰਮ ਤਾਂ ਇੱਕ ਮਹਾਨ ਪਵਿੱਤਰ ਇੱਕ ਬੰਦੇ ਦੇ ਸਹੀ ਰਸਤਾ ਹੈ ਪਰਮਾਤਮਾ ਨੂੰ। ਸਿਆਸਤ ਇੱਕ ਝੂਠਾਂ ਦਾ ਪਲੰਦਾ ਹੈ, ਇਹਦੇ ਵਿੱਚ ਸਵਾਏ ਝੂਠ ਤੋਂ ਕੁਝ ਨਹੀਂ ਹੈਗੇ। ਮੈਂ ਤਾਂ ਇਹ ਗੱਲ ਕਹਾਂ, ਸਿਆਸੀ ਬੰਦਿਆਂ ਨੂੰ ਧਾਰਮਿਕ ਮਸਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਧਾਰਮਿਕ ਬੰਦੇ ਆਪਣਾ ਧਾਰਮਿਕ ਕੰਮ ਕਰਨ, ਗੁਰਦੁਆਰਾ ਦਾ ਪ੍ਰਬੰਧ ਕਰਨ, ਤੇ ਮੰਦਿਰਾਂ ਦਾ ਪ੍ਰਬੰਧ ਕਰਨ, ਉਹ ਧਾਰਮਿਕ ਹੀ ਹੋਣ। ਉਹ ਆਪਣੇ ਉਸ
ਆਪਣੇ ਏਰੀਏ ਵਿੱਚ ਉਹ ਧਰਮ ਵਾਲੇ ਪਾਸਿਓਂ ਜਿਹੜੇ ਸਿਆਸੀ ਬੰਦੇ ਨੇ ਇਹ ਜਿੰਨੇ ਮਰਜ਼ੀ ਝੂਠ ਬੋਲਣ, ਜਿੰਨੀਆਂ ਮਰਜ਼ੀ ਗਰੰਟੀਆਂ ਦੇਣ, ਜਿੰਨੇ ਮਰਜ਼ੀ ਲੋਕਾਂ ਨੂੰ ਲਾਉਣ, ਇਹਨਾਂ ਨੂੰ ਖੁੱਲੀ ਛੁੱਟੀ ਹੋਵੇ। ਪਰ ਜਿੱਥੇ ਅਸੀਂ ਦੋਨੇ ਚੀਜ਼ਾਂ ਨੂੰ ਰਲ ਗੱਡ ਕਰ ਦਿੰਦੇ ਹਾਂ, ਧਰਮ ਤੇ ਸਿਆਸਤ ਨੂੰ ਇਕੱਠੀ ਕਰਕੇ ਧਰਮ ਨੂੰ ਸਿਆਸਤ ਨੂੰ ਧਰਮ ਤੇ ਹਾਵੀ ਕਰ ਦਿੰਦੇ ਆ, ਉੱਥੇ ਮਾੜਾ ਹੁੰਦਾ। ਪਰ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਧਰਮ ਹੈ ਜਿਹੜਾ ਇਹ ਸਿਆਸਤ ਤੇ ਹਾਵੀ ਹੋਵੇ, ਤਾਂ ਕਿ ਜਿਹੜਾ ਸਿਆਸਤਦਾਨ ਹੈ ਉਹ ਧਰਮ ਦੀ ਆੜ ਤੋਂ ਡਰੇ, ਧਰਮ ਤੋਂ ਡਰੇ ਕਿ ਮੇਰੇ ਉੱਤੇ ਗੁਰੂ ਸਾਹਿਬ ਦੇਖ ਰਹੇ, ਮੇਰੇ ਉਹ ਚੰਗੇ ਮਾੜੇ ਨੂੰ ਦੇਖ ਰਹੇ ਨੇ, ਮੈਂ ਚੱਲਾਂ। ਪਰ ਹੁਣ ਉਲਟ ਹੋਇਆ ਹੈ। ਹੁਣ ਜੋ ਸਿਆਸਤ ਹੈ ਉਹ ਧਰਮ ਦੇ ਉੱਤੇ ਹਾਵੀ ਹੈ, ਤੇ ਜੋ ਕੰਮ ਕਰਾਉਂਦੇ ਨੇ ਸਿਆਸੀ ਲੀਡਰ ਧਾਰਮਿਕ ਲੋਕਾਂ ਤੋਂ ਆਪਣੇ ਬੈਨੀਫਿਟ ਦੇ ਕਰਦੇ ਨੇ, ਜਿਹਦੇ ਨਾਲ ਪੰਥ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਔਰ ਹੋਰ ਹੋਏਗਾ, ਜਿਹਦੇ ਬਾਰੇ ਨਾ ਸੋਚਿਆ ਗਿਆ। ਜੀ ਬਿਲਕੁਲ, ਤਾਂ ਕਹਿ ਸਕਦੇ ਹਾਂ ਕਿ ਜਿਹੜਾ ਬਿਆਨ ਦਿੱਤਾ ਗਿਆ, ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਮੰਗ ਕੀਤੀ ਜਾ ਰਹੀ ਹੈ ਤਾਂ ਕੀ ਕੇਂਦਰ ਸਰਕਾਰ ਇਸ ਦੇ ਉੱਤੇ ਫੈਸਲਾ ਲੈਂਦੀ ਹੈ। ਤੇ ਬਹੁਤ ਬਹੁਤ ਧੰਨਵਾਦ ਖਾਨਪੁਰ ਸਾਹਿਬ ਇਸ ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦੇਣ ਦੇ ਲਈ। ਚੱਟਾ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ। ਤੁਸੀਂ ਇੱਕ ਅਦਨੇ ਜਿਹੇ ਸੇਵਾਦਾਰ ਨੂੰ ਸੰਗਤ ਦੇ ਰੂਬਰੂ ਹੋਣ ਦਾ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਤਾਂ ਇਹ ਸਨ ਸਾਡੇ ਨਾਲ ਸਰਦਾਰ ਬਲਵਿੰਦਰ ਸਿੰਘ ਖਾਨਪੁਰ ਵੜਿੰਗ, ਜਿਨ੍ਹਾਂ ਨੇ ਹੁਣ ਤੱਕ ਦੀਆਂ ਸਾਰੀਆਂ ਸਿਆਸੀ ਖਬਰਾਂ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਤੇ ਕਿਸ ਤਰੀਕੇ ਦੇ ਹਾਲਾਤ ਕਾਂਗਰਸ ਪਾਰਟੀ ਦੇ ਅੰਦਰ ਬਣਦੇ ਨਜ਼ਰ ਆਏ ਨੇ। ਅੱਜ ਜੋ ਸਮਾਗਮ ਰੱਖਿਆ ਗਿਆ ਸੀਗਾ ਤਾਜਪੋਸ਼ੀ ਨੂੰ ਲੈ ਕੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਨੇ ਜਿਹੜੇ ਉਹ ਬਣਦੇ ਨਜ਼ਰ ਆਉਣਗੇ, ਇਹ ਦੇਖਣਾ ਬਾਕੀ ਹੋਵੇਗਾ। ਪਲ ਪਲ ਦੀ ਅਪਡੇਟ ਦੇ ਲਈ ਜੁੜੇ ਰਹੋ ਵਿਨਿੰਗ ਪੰਜਾਬ ਟੀਵੀ ਦੇ ਨਾਲ। ਦਿਓ ਇਜਾਜ਼ਤ, ਧੰਨਵਾਦ।